ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਨਾਨਕ ਪਿਓ ਸਾਹਿਬ ਦੀ ਯਾਤਰਾ ਕਰਕੇ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕੇ ਆਪਣੇ ਜੀਵਨ ਦੀਆਂ ਅਨਮੋਲ ਘੜੀਆਂ ਦਾ ਆਨੰਦ ਪ੍ਰਾਪਤ ਕਰ ਰਹੇ ਸੀ। ਆਪ ਜੀ ਨੂੰ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਭਾਈ ਸਾਹਿਬ ਭਾਈ ਸਤਿੰਦਰ ਸਿੰਘ ਜੀ ਸਰਤਾਜ ਹਜ਼ੂਰੀ ਰਾਗੀ ਗੁਰਦੁਆਰਾ ਸੀਸਗੰਜ ਸਾਹਿਬ ਗੁਰਬਾਣੀ ਕੀਰਤਨ ਦੇ ਨਾਲ ਜੋੜ ਰਹੇ ਸੀ। ਹੁਣ ਸਮਾਂ ਹੈ ਹਰ ਰੋਜ਼ ਦੀ ਤਰ੍ਹਾਂ ਗੁਰ ਇਤਿਹਾਸ ਦੀ ਵਿਚਾਰ ਦਾ। ਗੁਰ ਇਤਿਹਾਸ ਦੀ ਵਿਚਾਰ ਆਪ ਜੀ ਨੂੰ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਹੈੱਡ ਗ੍ਰੰਥੀ ਸਾਹਿਬਾਨ ਗੁਰਦੁਆਰਾ ਨਾਨਕ ਪਿਓ ਸਾਹਿਬ ਸਰਵਣ ਕਰਾਉਣਗੇ। ਆਪ ਜੀ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਰਾਮਦਾਸ ਗੁਰੂ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਈ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਗੁਰੂ ਨਾਨਕ ਪੁਰਸ਼ੋਤਮੰ, ਪਰਬ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਜੁਗਲ ਚਰਨ ਮਮ ਬੰਦਨਾ,
ਧਰ ਪਰ ਧਰ ਕਰ ਮਾਥ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਹ ਪਾਵੀ ਪੂਰਨ ਕਰੋ, ਤਬ ਜਾਮੂੰਗੋ ਖੂਬ। ਏਕ ਤੁਮਾਰੇ ਡੰਡ ਸਹੋ, ਅਵਨ ਨ ਜਾਨੋ ਦੂਬ। ਜਾਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ। ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ। ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ। ਆਪ ਜੀ ਵਡਭਾਗੇ ਹੋ, ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਦੇ ਹੋਏ ਆਪਣਾ ਜਨਮ ਸਫਲ ਬਣਾ ਰਹੇ ਹੋ। ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਗੁਰੂ ਘਰ ਦੇ ਕੀਰਤਨੀਏ ਭਾਈ ਸਤਵਿੰਦਰ ਸਿੰਘ ਜੀ ਸਰਤਾਜ ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਸਨ। ਹੁਣ ਸਮਾਂ ਹੋਇਆ ਹੈ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਕਥਾ ਦਾ। ਹਰ ਰੋਜ਼ ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਇਹ ਪਾਵਨ ਕਥਾ ਸਰਵਣ ਕਰਦੇ ਹੋ। ਪਿਛੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਕਿ ਖਾਲਸਾ ਖੰਡੇ ਬਾਟੇ ਦੀ ਪੌਲ ਛਕੇ ਔਰ ਕਦੇ ਵੀ ਵੈਰੀ ਨੂੰ ਪਿੱਠ ਦੇ ਕੇ ਨਾ ਭੱਜੇ। ਜਿਹੜਾ ਧੀਰਜ ਛੱਡ ਕੇ ਰਣ ਖੇਤਰ ਵਿੱਚੋਂ ਭੱਜਦਾ ਹੈ, ਜਗਤ ਦੇ ਵਿੱਚ ਉਹਦੀ ਨਿੰਦਿਆ ਹੁੰਦੀ ਹੈ ਤੇ ਉਹ ਪਾਪ ਭੋਗ ਕੇ ਮੌਤ ਦੇ ਘਾਟ ਉਤਰਦਾ ਹੈ, ਕਿਤੇ ਵੀ ਪ੍ਰਸੰਨਤਾ ਪ੍ਰਾਪਤ ਨਹੀਂ ਕਰਦਾ। ਜਾਤੀ ਤੇ ਰੰਗ ਦੇ ਆਣ ਨੂੰ ਛੱਡੋ, ਇੱਥੇ ਸਭ ਬਰਾਬਰ ਹਨ। ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ। ਖਾਲਸੇ ਦੇ ਨਾਲ ਆ ਕੇ ਮਿਲੋ, ਗੁਰਬਾਣੀ ਨਾਲ ਪ੍ਰੇਮ ਕਰੋ। ਗੂੜੇ ਪ੍ਰੇਮ ਰੰਗ ਦੇ ਵਿੱਚ ਆਪਣੇ ਮਨ ਨੂੰ ਰੰਗ ਲਵੋ। ਸਾਡਾ ਇਹ ਉਪਦੇਸ਼ ਹੈ, ਜਿਹੜਾ ਵੀ ਧਾਰਨ ਕਰੇਗਾ ਉਹਨੂੰ ਸੁੱਖ ਮਿਲੇਗਾ, ਸੁੱਖ ਪਾਵੇਗਾ। ਖਾਲਸਾ ਫਿਰ ਬਹੁਤ ਵਧੇਗਾ, ਸਾਰੀ ਧਰਤੀ ਦੇ ਉੱਤੇ ਛਾ ਜਾਏਗਾ। ਕਲਯੁਗ ਵਿੱਚ ਹੋਰ ਪੰਥ ਵੀ ਬਥੇਰੇ ਹੋਣਗੇ, ਪਰ ਉਹਨਾਂ ਵਿੱਚ ਧਰਮ ਭਾਵ ਨਹੀਂ ਹੋਵੇਗਾ। ਸਾਰੇ ਜਹਾਨ ਵਿੱਚ ਵਰਤਾਰਾ ਹੋਵੇਗਾ, ਅਸਲ ਭੇਦ ਨੂੰ ਕੋਈ ਵਿਰਲਾ ਹੀ ਜਾਣੇਗਾ। ਜਦੋਂ ਸਾਨੂੰ ਅਕਾਲ ਪੁਰਖ ਦਾ ਹੁਕਮ ਹੋਇਆ ਸੀ ਤੇ ਉਸ ਵੇਲੇ ਕਲਯੁਗ ਨੇ ਵੀ ਹੱਥ ਜੋੜੇ ਕਿਹਾ ਸੀ, ਖਾਲਸੇ ਦਾ ਰਾਜ ਮੇਰੇ ਸਮੇਂ ਦੇ ਵਿੱਚ ਹੈ, ਇਸ ਕਰਕੇ ਮੈਨੂੰ ਵੀ ਪੰਥ ਦੇ ਨਾਲ ਰੱਖੋ ਤੇ ਮੇਰੀ ਬੇਨਤੀ ਪ੍ਰਵਾਨ ਕਰੋ। ਮੈਂ ਸਾਰੇ ਕਾਰਜ ਸਵਾਰਾਂਗਾ, ਲੋਕਾਂ ਵਿੱਚ ਜਾਣਿਆ ਜਾਵੇ ਕਿ ਮੇਰਾ ਤੇ ਤੁਹਾਡਾ ਰਾਜ ਇਕੱਠਾ ਚੱਲਦਾ ਹੈ। ਤਾਂ ਅਸੀਂ ਉਸ ਵੇਲੇ ਇਸ ਪ੍ਰਕਾਰ ਕਿਹਾ, ਗੁਰੂ ਸਾਹਿਬ ਕਹਿੰਦੇ ਵੀ ਤੇਰੇ ਸਮੇਂ ਵਿੱਚ ਕਿਸ ਕਰਨੀ ਨਾਲ ਫਲ ਦੀ ਪ੍ਰਾਪਤੀ ਹੋਏਗੀ? ਤੇ ਉਹਨੇ ਆਖਿਆ, ਕਰਨੀ ਕੋਈ ਨਹੀਂ, ਕਰਨੀ ਪਏਗੀ। ਨਾਮ ਦਾ ਧਰਮ ਚਲਾਵਾਂਗਾ, ਕੇਵਲ ਨਾਮ ਦਾ, ਤੇ ਇਹਦਾ ਵਾਧਾ ਕਰਾਂਗਾ। ਮੇਰੇ ਸਮੇਂ ਦੇ ਵਿੱਚ ਪਿਓ ਪੁੱਤਰ ਵਿੱਚ ਕਲੇਸ਼ ਖੜਾ ਕਰ ਦਿਆਂਗਾ, ਇਸਤਰੀ ਦਾ ਯੁੱਧ ਕਰਵਾਵਾਂਗਾ। ਮਾਂ ਭੈਣ ਨੂੰ ਛੱਡ ਕੇ ਕਲਯੁਗ ਦੇ ਜੀਵ ਕੇਵਲ ਆਪਣੀ ਘਰਵਾਲੀ ਦਾ ਸਾਥ ਦੇਣਗੇ। ਜਿਹੜੇ ਹੋਰ ਸ਼ੂਦਰ ਆਦਿ ਹੋਰ ਜਿਨ੍ਹਾਂ ਨੂੰ
ਬਹੁਤ ਨੀਵੇਂ ਸਮਝਣਗੇ। ਉਹ ਵੀ ਮੇਰੇ ਸਮੇਂ ਦੇ ਵਿੱਚ ਬ੍ਰਾਹਮਣ ਨੂੰ ਤਿਰਕਾਰੇਗਾ, ਉਪਕਾਰੀ ਕੋਈ ਨਹੀਂ ਲੱਭੇਗਾ। ਵਿਕਾਰ ਬਹੁਤ ਹੋਣਗੇ। ਜਿਹੜੀ ਇਸਤਰੀ ਪੁੱਤਰ ਨੂੰ ਜਨਮ ਦੇਵੇਗੀ ਉਸ ਨੂੰ ਚੰਗਾ ਸਮਝਿਆ ਜਾਏਗਾ, ਤੇ ਜਿਹੜੀ ਕੰਨਿਆ ਨੂੰ ਜਨਮ ਦੇਗੀ ਉਹਨੂੰ ਤਿਆਗ ਦੇਣਗੇ। ਪੁੱਤਰ ਪਿਓ ਨੂੰ ਸਮਝਾਵੇਗਾ ਤੇ ਨਹੁੰ ਸੱਸ ਨੂੰ ਝੂਠੀ ਕਹੇਗੀ। ਸਿੱਖ ਗੁਰੂ ਨੂੰ ਉਪਦੇਸ਼ ਦੇਣਗੇ, ਅਪਵਿੱਤਰ ਅਨਾਜ ਖਾਣਗੇ। ਪ੍ਰੀਤ ਬਹੁਤ ਘੱਟ ਹੋਵੇਗੀ, ਪੇਟ ਪਾਲਣ ਲਈ ਖੁਸ਼ਾਮਦ ਦੇ ਬਚਨ ਕਹਿਣਗੇ। ਮਰਦ ਇਸਤਰੀਆਂ ਸਾਰੇ ਮਾੜੀਆਂ ਸੋਚਾਂ ਵਿੱਚ ਰਹਿਣਗੇ। ਕੰਮ ਤੋਂ ਬਿਨਾਂ ਬੇਰੁਜ਼ਗਾਰ ਹੋ ਕੇ ਫਿਰ ਸਾਧ ਬਣਨਗੇ। ਜਟਾਂ ਬੰਨ੍ਹ ਕੇ ਮਿਰਗਸ਼ਾਲਾ ਪਹਿਨ ਕੇ ਵਿਸ਼ੇ ਵਿਕਾਰਾਂ ਵਿੱਚ ਫਸਣਗੇ। ਲੋਕਾਂ ਨੂੰ ਕਹਿਣਗੇ ਵੀ ਸੰਤ ਸੰਗ ਭਾਗਾਂ ਨਾਲ ਮਿਲਦਾ ਹੈ। ਸ਼ੁਭ ਕਰਨੀ ਨਾਲ ਨਰਕਾਂ ਨੂੰ ਨਹੀਂ ਜਾਈਦਾ। ਲੋਕਾਂ ਨਾਲ ਬਚਨ ਕਰਨਗੇ ਤੇ ਗਿਆਨ ਦੀਆਂ ਗੱਲਾਂ ਕਰਨਗੇ, ਸਿਰ ਮਾਰਨਗੇ, ਅਥਰੂ ਕੇਰਨਗੇ। ਜਿਹੜੇ ਕਪਟੀ ਹੋਣਗੇ ਉਹ ਜ਼ਿਆਦਾ ਸੋਹਣੇ ਲੱਗਣਗੇ। ਸ਼ੁਭ ਕੰਮ ਦੀ ਇੱਛਾ ਵਿੱਚ ਬੜੇ ਵਿਘਨ ਪੈਣਗੇ। ਇਹ ਕਲਯੁਗ ਦੇ ਸਮੇਂ ਵਿੱਚ ਜੋ ਵਰਤਾਰਾ ਵਰਤ ਰਿਹਾ, ਚਾਹ ਤੋਂ ਬਗੈਰ ਕੰਮ ਹੋਣਗੇ। ਮਿੱਤਰ ਬਹੁਤ ਵੈਰ ਕਮਾਉਣਗੇ, ਤੇ ਅੱਜ ਕੱਲ੍ਹ ਮਿੱਤਰ ਹੀ ਧੋਖਾ ਦੇ ਜਾਂਦੇ ਨੇ, ਵੈਰ ਕਮਾਉਂਦੇ ਹਨ। ਸਤਿਗੁਰੂ ਜੀ ਆਪ ਸੁਣ ਕੇ ਬੋਲੇ ਕਿ ਤੇਰੇ ਕਰਮ ਤਾਂ ਚਰਜ ਹਨ, ਤੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਜਿੱਦਾਂ ਨਟ ਪੰਥੀ ਹੁੰਨਾ ਹੈ। ਸਾਡੇ ਪੰਥ ਵਿੱਚ ਤੇ ਨਾਮ ਦਾਨ ਇਹ ਮਸ਼ਹੂਰ ਹੋਣਗੇ, ਫਿਰ ਸਾਡਾ ਮੇਲ ਤੇਰੇ ਨਾਲ ਕਿਵੇਂ ਬਣੇਗਾ। ਭਾਈ ਰਾਮ ਕੋਇਰ ਜੀ ਕਹਿੰਦੇ, ਸਤਿਗੁਰੂ ਕਹਿਣ ਲੱਗੇ, ਸੱਚੀ ਗੱਲ ਸੁਣ, ਤੈਨੂੰ ਉੱਚੀ ਉਚਾਰ ਕੇ ਸੁਣਾਉਂਦੇ ਹਾਂ ਕਿ ਸਾਡੇ ਭਗਤਾਂ ਸਾਡੇ ਨਾਲ ਜੁੜੇ ਰਹਿੰਦੇ ਨੇ। ਤੁਹਾਡੀ ਗੱਲ ਹੀ ਕੀ ਹੈ, ਤੁਹਾਡਾ ਕੋਈ ਥਾਂ ਹੀ ਨਹੀਂ ਹੈ। ਤੇ ਕਲਯੁਗ ਨੇ ਆਖਿਆ ਵੀ ਸਾਡੀ ਪ੍ਰਗਟਾਈ ਦੀ ਗੱਲ ਸੁਣੋ। ਮੁੱਢਲੀ ਕਥਾ ਇਸ ਤਰ੍ਹਾਂ ਵੀ ਬ੍ਰਹਮਾ ਨੇ ਜਦੋਂ ਸੰਸਾਰ ਸਾਜਿਆ ਤੇ ਸਾਜਿਆ ਅਕਾਲ ਪੁਰਖ ਦੇ ਹੁਕਮ ਵਿੱਚ। ਇੱਕ ਹੁਕਮ ਹੋਇਆ ਅਕਾਲ ਪੁਰਖ ਦਾ ਤੇ ਸੰਸਾਰ ਬਣ ਗਿਆ। ਉਦੋਂ ਸਮਾਂ ਵੀ ਬਣਿਆ ਸਤਿਯੁਗ, ਤ੍ਰੇਤਾ, ਦੁਆਪਰ, ਕਲਯੁਗ। ਇਹ ਵੱਖ-ਵੱਖ ਸਮੇਂ ਦੇ ਨਾਮ ਹਨ। ਸਮੇਂ ਦੀ ਵੰਡ ਹੋਈ। ਕਹਿੰਦੇ ਉਸ ਵੇਲੇ ਸਾਰਿਆਂ ਨੂੰ ਜਦੋਂ ਪ੍ਰਗਟ ਕੀਤਾ ਤੇ ਸਾਡੇ ਵਿੱਚ ਬੜਾ ਅਹੰਕਾਰ ਸੀਗਾ, ਤੇ ਅਹੰਕਾਰੀ ਜਾਣ ਕੇ ਉਸ ਵੇਲੇ ਬ੍ਰਹਮਾ ਜੀ ਨੇ ਬਚਨ ਕਹੇ ਤੇ ਅਸੀਂ ਵਾਰੀ-ਵਾਰੀ ਇਹ ਦੱਸਣ ਵਾਸਤੇ ਵੀ ਸਾਡੇ ਸਮੇਂ ਵਿੱਚ ਕੀ ਹੋਵੇਗਾ, ਅਸੀਂ ਵਾਰੀ-ਵਾਰੀ ਖੜੇ ਹੋਏ। ਸਤਿਯੁਗ, ਤ੍ਰੇਤਾ, ਦੁਆਪਰ, ਫਿਰ ਕਲਯੁਗ। ਬ੍ਰਹਮਾ ਨੇ ਸਭ ਤੋਂ ਪਹਿਲਾਂ ਸਤਿਯੁਗ ਨੂੰ ਪੁੱਛਿਆ ਵੀ ਤੇਰੇ ਸਮੇਂ ਦੇ ਵਿੱਚ ਕੈਸਾ ਵਰਤਾਰਾ ਵਰਤੇਗਾ। ਉਹ ਕੁਝ ਇੱਥੇ ਮੇਰੇ ਪਾਸ ਕਹੋ। ਜੋ ਤੂੰ ਹੁਕਮ ਆਪਣੇ ਰਾਜ ਦੇ ਵਿੱਚ ਦੇਵੇਂਗਾ। ਤਾਂ ਸਤਿਯੁਗ ਬੋਲਿਆ ਵੀ ਕਿਸੇ ਦੇਸ਼ ਦੇ ਪੁਰਖ ਨੇ ਪਾਪ ਜਾਂ ਪੁੰਨ ਕੀਤਾ ਹੋਏਗਾ ਨਾ, ਉਸ ਦੇਸ਼ ਬਾਰੇ ਮੈਂ ਲਿਖ ਲਵਾਂਗਾ ਤੇ ਉਹ ਸਾਰੇ ਦੇਸ਼ ਨੂੰ ਪਾਪ ਫੁੱਲਣ ਦਾ ਬਦਲਾ ਦੇਵਾਂਗਾ। ਭਾਵ ਕਰੇਗਾ ਇੱਕ ਤੇ ਭਰਨਗੇ ਸਾਰੇ। ਤਪ, ਸਤ ਤੇ ਜਗ, ਪੂਜਾ, ਇਹ ਚਾਰੇ ਧਰਮ ਦੇ ਕੰਮ ਰੋਜ਼ ਕਰਾਵਾਂਗਾ। ਬ੍ਰਾਹਮਣ ਬ੍ਰਹਮ ਪ੍ਰੈਨ ਹੋਣਗੇ। ਇਸ ਤਰ੍ਹਾਂ ਆਖਿਆ, ਉੱਚਾ ਬਨ ਬਸ ਜੋਜ, ਤੇ ਜਾ ਕੇ ਵਣ ਵਿੱਚ ਵਸ ਕੇ ਯੋਗ ਕਰਕੇ ਉੱਚੇ ਹੋਣਗੇ। ਇੱਕ ਵਾਰ ਦਾ ਬੀਜਿਆ 100 ਵਾਰ ਫਲੇਗਾ। ਉਮਰ ਲੱਖ ਵਰ੍ਹਿਆਂ ਦੀ ਹੋਵੇਗੀ।
ਮਨੁੱਖਾਂ ਨੂੰ ਯੋਗ ਵਿੱਚ ਲਾਵਾਂਗਾ ਤੇ ਬਹੁਤ ਸ਼ੁਭ ਗੁਣ ਪ੍ਰਗਟ ਹੋਣਗੇ। ਖੱਤਰੀ ਸ਼ਾਸਤਰ ਧਰਮ ਕਰਨਗੇ, ਵੈਸ਼ ਧਰਮ ਦਾ ਵਿਹਾਰ ਕਰਨਗੇ। ਤਿੰਨੇ ਵਰਨਾਂ ਨੂੰ ਤਿੰਨੇ ਵੇਦਾਂ ਦਾ ਧਰਮ ਸਮਝਾ ਦੇਵਾਂਗਾ। ਫਿਰ ਤ੍ਰੇਤਾ ਕਹਿਣ ਲੱਗਾ ਵੀ ਮੇਰੇ ਸਮੇਂ ਵਿੱਚ ਸ਼ਾਸਤਰ ਧਰਮ ਚੰਗਾ ਹੋਵੇਗਾ। ਸਾਰਿਆਂ ਨੂੰ ਮੈਂ ਮਰਿਆਦਾ ਵਿੱਚ ਚਲਾਵਾਂਗਾ ਤੇ ਸੇਵਾ ਭਾਵਨਾ ਵਿੱਚ ਲਾ ਦਿਆਂਗਾ। ਧਨ ਇਕੱਠਾ ਕਰਕੇ ਜੱਗ ਕਰਵਾਵਾਂਗਾ, ਲੋਕਾਂ ਦੇ ਪਾਪਾਂ ਨੂੰ ਮਿਟਾਵਾਂਗਾ। ਸੁਰਗ ਲੋਕ ਤੱਕ ਪਹੁੰਚਣ ਵਾਸਤੇ ਸ਼ੁਭ ਕਰਮ ਹੀ ਕਰਨੇ ਹੋਣਗੇ। ਇੱਕ ਵਾਰ ਬੀਜਿਆ 10 ਵਾਰ ਫਲੇਗਾ। 10,000 ਵਰਸ਼ ਜੀਵ ਜੀਵਿਆ ਕਰਨਗੇ, ਪਾਪਾਂ ਤੋਂ ਸਾਰੇ ਡਰਨਗੇ। ਤੇ ਫਿਰ ਦਵਾਪਰ ਬੋਲਿਆ, ਕਹਿਣ ਲੱਗਾ ਘਰ ਘਰ ਵਿੱਚ ਪੂਜਾ ਵੰਡ ਦਿਆਂਗਾ। ਉਮਰ 1000 ਵਰੇ ਦੀ ਹੋਵੇਗੀ। ਇੱਕ ਵਾਰ ਦਾ ਬੀਜਿਆ 4 ਵਾਰ ਫਲੇਗਾ। ਅੱਧਾ ਪੁੰਨ ਤੇ ਅੱਧਾ ਪਾਪ ਦਾ ਹਿੱਸਾ ਰਹਿ ਜਾਏਗਾ। ਬਹੁਤ ਬ੍ਰਾਹਮਣ ਤੇ ਖੱਤਰੀ ਲੋਭ ਵਸ ਹੋ ਕੇ ਆਪਣੇ ਵਪਾਰ ਚਲਾਉਣਗੇ। ਕਈ ਆਪ ਕਰਨਗੇ, ਕਈ ਨੌਕਰ ਰੱਖ ਕੇ ਵਪਾਰ ਕਰਾਉਣਗੇ। ਰਾਜਾ ਨੂੰ ਵੱਡਾ ਮੰਨ ਕੇ ਉਹਦੇ ਪਾਸੋਂ ਨਿਆਂ ਕਰਾਉਣਗੇ। ਭਾਵ ਘਰ ਵਿੱਚ ਫੈਸਲਾ ਨਹੀਂ ਨਜਿੱਠਿਆ ਜਾਏਗਾ, ਫੈਸਲਾ ਰਾਜਾ ਕਰਿਆ ਕਰੇਗਾ। ਜਦੋਂ ਚੁੱਪ ਹੋਇਆ ਤੇ ਫਿਰ ਕਲਯੁਗ ਨੇ ਆਖਿਆ, ਬ੍ਰਹਮਾ ਨੇ ਕਲਯੁਗ ਨੂੰ ਕਿਹਾ ਵੀ ਤੂੰ ਦੱਸ ਤੇਰੇ ਸਮੇਂ 'ਚ ਕੀ ਹੋਏਗਾ। ਸਭ ਤੋਂ ਪਹਿਲਾਂ ਆਖਿਆ ਵੀ ਮੇਰੀ ਆਪ ਜੀ ਨੂੰ ਨਮਸਕਾਰ ਹੋਵੇ। ਕੁਝ ਸੰਕੋਚ ਕਰਦਾ ਹੋਇਆ ਕਹਿਣ ਲੱਗਾ ਵੀ ਪਾਪ ਪੁੰਨ ਜਿਹੜਾ ਵੀ ਘਰ ਕਰੇਗਾ ਨਾ ਆਪਣੇ ਘਰ, ਉਹ ਆਪਣੇ ਸਰੀਰ ਦੇ ਉੱਤੇ ਹੀ ਭੋਗੇਗਾ। ਉਮਰ 100 ਵਰੇ ਦੀ ਹੋਵੇਗੀ, ਜੋ ਬੀਜੇਗਾ ਦੂਣਾ ਮਿਲੇਗਾ। ਉਮਰ 100 ਵਰੇ ਦੀ ਹੋਵੇਗੀ। ਵਿਸ਼ੇ ਵਾਸ਼ਨਾ ਬੜੀ ਹੋਵੇਗੀ, ਬਹੁਤ ਪੁੱਤਰ ਬਹੁ ਵਾਸ਼ਨਾ, ਇਸ਼ਿਆ ਸਿੱਖਿਆ ਸਾਰ। ਪੁੱਤਰ ਬਹੁਤ ਹੋਣਗੇ, ਸਿੱਖਿਆ ਦਾ ਸਾਰ ਇੱਛਾ ਹੋਵੇਗੀ। ਸ਼ੂਦਰ ਰਾਜ ਘਰ, ਹੀਰਨ ਵੇਦ ਜਾਪ ਹਰ ਧਾਰ। ਕਹਿੰਦੇ ਮਨ ਮਤੀਏ ਜਿਹੜੇ ਨੇ, ਜਦੋਂ ਜੀ ਕਰੇਗਾ ਉਸ ਨੂੰ ਸਾਰ ਸੰਧਾਤ ਆਖਣਗੇ। ਸ਼ੂਦਰਾਂ ਦੇ ਘਰ ਵਿੱਚ ਰਾਜ ਹੋਵੇਗਾ। ਆਪ ਨੀਵੇਂ ਲੋਕ ਵੇਦਾਂ ਦਾ ਪਾਠ ਕਰਨਗੇ, ਹਰੀ ਦਾ ਜਾਪ ਧਾਰਨ ਕਰਨਗੇ। ਤੇ ਸੱਚ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਸ਼ੂਦਰ ਨੂੰ ਧਾਰਮਿਕ ਗ੍ਰੰਥ ਪੜ੍ਹਨ ਦਾ ਹੱਕ ਹੀ ਕੋਈ ਨਹੀਂ ਸੀ। ਜਦੋਂ ਜਨੇਊ ਦੀ ਗੱਲ ਕੀਤੀ, ਸ਼ੂਦਰ ਨੂੰ ਜਨੇਊ ਪਾਉਣ ਦਾ ਵੀ ਹੱਕ ਨਹੀਂ ਸੀ। ਇੱਥੋਂ ਤੱਕ ਕਿਹਾ ਸੀ ਕਿ ਜੇ ਉਹ ਮੰਤਰਾਂ ਦਾ ਜਾਪ ਕਰਦਾ ਹੈ ਤੇ ਉਹਦੀ ਜੀਭ ਕੱਟ ਦਿੱਤੀ ਜਾਵੇ। ਜੇ ਕੰਨਾਂ ਨਾਲ ਸੁਣ ਲੈਂਦਾ ਤੇ ਉਹਦੇ ਕੰਨਾਂ 'ਚ ਛਿੱਕਾ ਢਾਲ ਕੇ ਪਾ ਦਿੱਤਾ ਜਾਵੇ। ਤੇ ਕਲਯੁਗ ਕਹਿੰਦਾ ਮੇਰੇ ਰਾਜ ਵਿੱਚ ਭਗਤੀ ਕਰੇਗਾ ਉਹ ਤਰੇਗਾ, ਚਾਹੇ ਪਾਪੀ ਹੋਵੇ, ਚਾਹੇ ਇਸਤਰੀ ਹੋਵੇ, ਚਾਹੇ ਪੁਰਸ਼ ਹੋਵੇ, ਚਾਹੇ ਬ੍ਰਾਹਮਣ ਹੋਵੇ, ਚਾਹੇ ਸ਼ੂਦਰ ਹੋਵੇ, ਚਾਹੇ ਨੀਚ ਹੋਵੇ, ਚਾਹੇ ਬਾਲਕ ਹੋਵੇ, ਚਾਹੇ ਜਵਾਨ ਹੋਵੇ, ਚਾਹੇ ਬੁੱਢਾ ਹੋਵੇ ਜਾਂ ਬਾਲਕ ਹੋਵੇ, ਸ਼ੰਕਰ ਵਰਨੀ ਹੋਵੇ ਜਾਂ ਅਨ ਧਰਮੀ ਹੋਵੇ, ਜਿਹੜਾ ਵੀ ਭਗਤੀ ਕਰੇਗਾ ਉਹਦਾ ਪਾਰ ਉਤਾਰਾ ਹੋਏਗਾ। ਤੇ ਇੱਥੇ ਐਸਾ ਹੀ ਹੈ, ਭਾਵੇਂ ਕੋਈ ਆਪਣੇ ਆਪ ਨੂੰ ਬੜਾ ਵੱਡਾ ਖਵਾਵੇ ਕਿ ਮੈਂ ਤਾਂ ਬੜਾ ਅਮੀਰ ਹਾਂ, ਪਰ ਜੇ ਭਗਤੀ ਕਰੇਗਾ ਤਾਂ ਹੀ ਪਾਰ ਉਤਾਰਾ ਹੋਵੇਗਾ। ਹੋਰ ਕੰਮਾਂ ਵਾਸਤੇ ਤੇ ਨੌਕਰ ਰੱਖ ਸਕਦਾ ਹੈ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ, ਪਰ ਇਸ ਟਾਈਪ ਦਾ ਇਸ ਸਮੇਂ 'ਤੇ ਨੌਕਰ ਨਹੀਂ ਰੱਖਿਆ ਜਾ ਸਕਦਾ ਕਿ ਨਾਮ ਨੌਕਰ ਜਪੇ ਤੇ ਫਲ ਮਾਲਕ ਨੂੰ ਮਿਲੇ। ਮਾਲਕ ਆਪ ਨਾਮ ਜਪੇਗਾ, ਜਿਹਨੇ ਕਈ ਨੌਕਰ ਰੱਖੇ ਨੇ, ਤੇ ਫਿਰ ਹੀ ਉਹਨੂੰ ਫਲ ਮਿਲੇਗਾ। ਜੇ ਆਪ ਭਗਤੀ ਕਰੇਗਾ ਤਰੇਗਾ, ਨਹੀਂ ਤੇ ਸੰਸਾਰ ਸਮੁੰਦਰ ਵਿੱਚ ਡੁੱਬ ਜਾਵੇਗਾ। ਇਹ ਗੱਲ ਕਿ ਇੱਧਰੋਂ ਇੱਕ ਹੱਥ ਕਰੇਗਾ ਤੇ ਦੂਜੇ ਹੱਥ ਉਹਨੂੰ ਫਲ ਮਿਲ ਜੇਗਾ। ਨਾਮ ਬਿਨਾ ਦੰਡੋਂ ਸਗਲ,
ਨਰਕ ਸੁਰਗ ਮਮ ਰਾਜ, ਭੂਹੀ ਦੋਨੋਂ ਗਤਰ ਦੇ, ਜੋਨੀ ਅਰਥ ਸਮਾਜ। ਨਾਮ ਤੋਂ ਬਗੈਰ ਸਾਰਿਆਂ ਨੂੰ ਮੈਂ ਦੰਡ ਦੇਵਾਂਗਾ। ਕਲਯੁਗ ਸਮੇਂ ਨੇ ਆਖਿਆ ਨਰਕ ਸਵਰਗ ਸਭ ਥਾਂ ਮੇਰਾ ਰਾਜ ਹੋਵੇਗਾ। ਵਿਸ਼ੇ ਭੋਗ ਤੇ ਪਦਾਰਥਾਂ ਦੀ ਇਕੱਤਰਤਾ ਬਾਰੇ ਪ੍ਰਿਥਵੀ ਉੱਤੇ ਮੈਂ ਤੋਰੇ ਤੋਰਾਂਗਾ, ਭਾਵ ਮਨੁੱਖਾਂ ਦੇ ਅੰਦਰ ਐਰਸੀ ਲਾਲਸਾ ਪੈਦਾ ਕਰਾਂਗਾ। ਅੱਗੇ ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਨੇ, ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ। ਇੱਕ ਵਾਰ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਪਾਵੀ ਪੂਰਨ ਕਰੋ, ਤਬ ਜਾਮੂ ਗੋ ਖੂਬ। ਇਹ ਮੇਰੀ ਇੱਛਾ ਪੂਰੀ ਕਰੋ ਤਾਂ ਚੰਗੀ ਤਰ੍ਹਾਂ ਸੰਸਾਰ ਵਿੱਚ ਜਾਵਾਂਗਾ ਜੀ। ਏਕ ਤੁਮਾਰੇ ਡੰਡ ਸਹੋ, ਅਵਰ ਨ ਜਾਨੋ ਦੂਬਾ। ਇੱਕ ਬ੍ਰਹਮਾ ਜੀ ਦਾ ਹੀ ਦੰਡ ਸਹਾਰਾਂਗਾ, ਹੋਰ ਕਿਸੇ ਦੂਸਰੇ ਨੂੰ ਨਹੀਂ ਪਛਾਣਾਂਗਾ, ਭਾਵ ਕਿਸੇ ਦੀ ਪਰਵਾਹ ਨਹੀਂ ਕਰਾਂਗਾ ਜੀ। ਸਤਿਗੁਰ ਕੈ ਕਸਮੇ ਮੈਂ, ਬ੍ਰਹਮਾ ਕਹਿਤ ਸੁਹਾਤ। ਰਾਮ ਕੋਇਰ ਜੀ ਕਹਿੰਦੇ ਸਤਿਗੁਰੂ ਜੀ ਨੇ ਮੈਨੂੰ ਆਖਿਆ ਵੀ ਇੱਕ ਸਮੇਂ ਇਹ ਜੋ ਕਥਾ ਹੈ ਇਹਦੇ ਅਨੁਸਾਰ ਬ੍ਰਹਮਾ ਨੇ ਕਲਯੁਗ ਨੂੰ ਸ਼ੋਭਨੀਕ ਬਚਨ ਕਹੇ ਜੀ। ਸੁਨ ਸੁਤ ਭੂਮੀ ਜਾਨਿਓ, ਧਰਮ ਕਰਮ ਬਖਿਆਤ। ਆਖਿਆ ਪ੍ਰਿਥਵੀ ਵਿੱਚ ਉਥੇ ਆਪਣੇ ਧਰਮ ਕਰਮ ਸ਼ੁਭ ਕਰੋ ਜੀ। ਸੁਨ ਕਲ ਜੁਗ ਮੇਰੋ ਹੁਕਮ, ਤੂੰ ਮਮ ਅਗਿਆਵਾਰ। ਆਖਿਆ ਕਲਯੁਗ ਤੂੰ ਮੇਰਾ ਹੁਕਮ ਸੁਣ, ਤੂੰ ਮੇਰਾ ਆਗਿਆਕਾਰੀ ਹੈ ਜੀ। ਸਰਬ ਮੰਤਰ ਤੋਇ ਰਾਜ ਰਦ, ਨਾਮ ਮੰਤਰ ਸਿਧ ਸਾਰ। ਸਾਰੇ ਮੰਤਰ ਤੇਰੇ ਰਾਜ ਤੇਰੇ ਸਮੇਂ ਦੇ ਵਿੱਚ ਰੱਦ ਹੋਣਗੇ, ਰੱਦ ਕਰ ਦਿਆਂਗਾ। ਕੇਵਲ ਨਾਮ ਮੰਤਰ ਹੀ ਸਾਰ ਸਿੱਧ ਹੋਵੇਗਾ। ਤੇ ਗੁਰਬਾਣੀ ਵਿੱਚ ਐਸਾ ਜ਼ਿਕਰ ਆਉਂਦਾ ਹੈ, ਸਤਿਯੁਗ ਸਤ ਤੇਤਾ ਜਗੀ, ਦਵਾਪਰ ਪੂਜਾ ਚਾਰ, ਤੀਨੋਂ ਯੁਗ ਤੀਨੋਂ ਦਿੜੇ, ਕਲ ਕੇਵਲ ਨਾਮ ਆਧਾਰ। ਇਸ ਸਮੇਂ ਦੇ ਵਿੱਚ ਕੇਵਲ ਜੀਵਾਂ ਨੂੰ ਨਾਮ ਦਾ ਹੀ ਆਸਰਾ ਹੈ। ਜਿਹੜੇ ਨਾਮ ਜਪਦੇ ਨੇ ਉਹੀ ਸੰਸਾਰ ਸਮੁੰਦਰ ਤੋਂ ਤਰਦੇ ਹਨ। ਪਹਿਲੇ ਯੁੱਗਾਂ ਦੇ ਵਿੱਚ ਸੱਚ ਦਾ ਬੋਲਬਾਲਾ ਔਰ ਜਗ ਕਰਨ ਦਾ ਵਿਧੀ ਵਿਧਾਨ ਤੇ ਪੂਜਾ ਚਾਰ ਬਹੁਤ ਵੱਧ ਗਈ ਸੀ। ਕਈ ਤਰ੍ਹਾਂ ਦੀਆਂ ਪੂਜਾ ਹੋਣ ਲੱਗ ਪਈਆਂ ਸਨ। ਤੇ ਕਲਯੁਗ ਦੇ ਵਿੱਚ ਜਿਹੜਾ ਪ੍ਰਭੂ ਦਾ ਨਾਮ ਜਪੇਗਾ ਉਹੀ ਤਰੇਗਾ ਜੀ। ਔਰ ਜਗਨ ਮੈਂ ਆਸਰਾ, ਬਹੁਤ ਜੋਗ ਤਪ ਅਰਚ। ਹੋਰ ਯੁੱਗਾਂ ਦੇ ਵਿੱਚ ਤਾਂ ਤਪ ਅਰਚਨਾ ਆਤ ਦਾ ਬਹੁਤ ਆਸਰਾ ਸੀ ਜੀ। ਰਾਮ ਨਾਮ ਜਤ ਰਸਨ ਸਵਾਸ, ਕਲ ਮੈਂ ਕਾਰਜ ਸਰਚ। ਕਹਿੰਦੇ ਕਿ ਹੁਣ ਇਸ ਸਮੇਂ ਦੇ ਵਿੱਚ ਜੀਵ ਦੇ ਨਾਲ ਸਵਾਸ ਸਵਾਸ ਪ੍ਰਭੂ ਦਾ ਨਾਮ ਜਪਣਾ, ਪਰਮਾਤਮਾ ਨੂੰ ਆਰਾਧਨਾ, ਤੇਰੇ ਰਾਜ ਵਿੱਚ ਕਾਰਜ ਸਵਾਰਨ ਵਾਲਾ ਹੋਵੇਗਾ ਜੀ। ਤੋਹੇ ਰਾਜੇ ਪੁੱਤਰ ਜਬ, ਸਭ ਦੇਵਨ ਦਇਓ ਵਰਜ। ਤੇਰੇ ਰਾਜ ਹੋਵੇਗਾ, ਸਾਰੇ ਦੇਵਤਿਆਂ ਨੂੰ ਮੈਂ ਵਰਜ ਦੇਵਾਂਗਾ। ਜਿਵੇਂ ਇੱਛਾ ਹੋਵੇ ਤਿਵੇਂ ਵਰਤਾਰਾ ਕਰੋ, ਨਾਮ ਮਹਾਤਮ ਗੱਜ ਕੇ ਸੁਣਾਈ, ਭਾਵ ਨਾਮ ਦਾ ਬੋਲ ਬਾਲਾ ਹੋਵੇਗਾ ਜੀ। ਜੋ ਇੱਛਾ ਤੂੰ ਵਰਤੀਐ, ਨਾਮ ਮਹਾਤਮ ਗਰਜ। ਨਾਮ ਦਾ ਬੋਲ ਬਾਲਾ ਕਲਯੁਗ ਵਿੱਚ ਹੋਵੇਗਾ ਜੀ। ਭਲਾ ਤੁਮਾਰਾ ਰਾਜ ਹੋਏ, ਸਕਲ ਸਿਧ ਵਾਚ। ਤੇਰਾ ਭਲੀ ਪ੍ਰਕਾਰ ਰਾਜ ਹੋਵੇਗਾ, ਤੇ ਜੋ ਤੂੰ ਬਚਨ ਕਹੇ ਹਨ ਸਕਲ ਸਿਧ ਵਾਚ, ਉਹ ਸਾਰੇ ਸਿੱਧ ਹੋ ਜਾਵਨਗੇ ਜੀ। ਹੋਰੀ ਕਰਨੀ ਫਲ ਅਦਕ, ਤੀਨ ਰਾਖਿਓ ਸਾਚ। ਤਿੰਨਾਂ ਯੁੱਗਾਂ ਦੇ ਨਾਲੋਂ ਇਹ ਗੱਲ
ਸੱਚ ਜਾਣੀ ਆਪਣੇ ਸਮੇਂ ਦੇ ਵਿੱਚ। ਇਸ ਨੂੰ ਅਟੱਲ ਸਮਝੀ ਕਿ ਨਾਮ ਦੀ ਥੋੜੀ ਜੀ ਕਰਨੀ ਦਾ ਵੀ ਬਹੁਤ ਫਲ ਪ੍ਰਾਪਤ ਹੋਵੇਗਾ ਜੀ। ਪਰ ਹੰਸੇ ਪਰ ਨਾਰ ਤਜ ਨਾਮ ਸਰਾਹੇ ਸਵਾਸ। ਪਰਾਈ ਅੰਸ਼ ਭਾਵ ਦੂਜੇ ਦਾ ਧਨ ਪਦਾਰਥ ਲੈਣ ਦੀ ਜਿਹੜੀ ਝਾਕ ਹੈ ਉਹਨੂੰ ਛੱਡ ਦੇਣਾ। ਪਰਾਈ ਨਾਰੀ ਛੱਡ ਕੇ ਭਾਵ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਚਨ ਕਰਦੇ ਨੇ, ਮਨ ਰੇ ਕੌਣ ਕਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ। ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੇ। ਇਸ ਤਰ੍ਹਾਂ ਦਾ ਉੱਚਾ ਕਿਰਦਾਰ ਲੈ ਕੇ ਜੀਵਨ ਜੀਣਾ, ਇਹ ਗੱਲ ਸਮਝਾਈ ਹੈ। ਕਹਿੰਦੇ ਸਵਾਸ ਸਵਾਸ ਨਾਮ ਸਰਾਹੇ ਸਵਾਸ। ਸਵਾਸ ਸਵਾਸ ਪਰਮਾਤਮਾ ਦਾ ਸਿਮਰਨ ਕਰਨਾ, ਪਰਮਾਤਮਾ ਦਾ ਨਾਮ ਜਪਣਾ ਜੀ। ਹਰ ਭਜ ਹਰ ਚਿਤ ਹੇਤ ਕਰ, ਹਰ ਸਿੱਧ ਕੀ ਕੁਲ ਆਸ। ਹਰੀ ਨੂੰ ਜਪਣਾ, ਹਰੀ ਦਾ ਸਿਮਰਨ ਕਰਨਾ, ਹਰੀ ਦੇ ਨਾਲ ਪ੍ਰੇਮ ਕਰਨਾ, ਇੱਕ ਹਰੀ ਰੱਬ ਦੇ ਉੱਤੇ ਭਰੋਸਾ ਕਰਨਾ ਤੇ ਸਭ ਆਸਾਂ ਹਰੀ ਉੱਤੇ ਰੱਖਣੀਆਂ ਜੀ। ਦੇਹ ਅੰਤ ਪੀ ਹਰ ਭਜੇ, ਤੋ ਪੀ ਹੋਏ ਨਿਸਤਾਰ। ਕਹਿੰਦੇ ਜੇ ਕਿਤੇ ਕਿਸੇ ਕਾਰਨ ਕਿਸੇ ਮਨੁੱਖ ਨੇ ਪਹਿਲਾਂ ਨਾਮ ਨਹੀਂ ਜਪਿਆ ਤੇ ਉਹ ਅਖੀਰਲੇ ਸਮੇਂ ਵਿੱਚ ਆ ਕੇ ਵੀ ਨਾਮ ਦੇ ਨਾਲ ਜੁੜ ਜਾਵੇ ਤੇ ਉਹਦਾ ਵੀ ਪਾਰ ਉਤਾਰਾ ਹੋਏਗਾ, ਤਉ ਪੀ ਹੋਏ ਨਿਸਤਾਰ। ਜਿੱਦਾਂ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੇ ਕੋਏ। ਕਰ ਸਾਈ ਸਿਉ ਪਿਰਹੜੀ, ਰੰਗ ਨਵੇਲਾ ਹੋਏ। ਕਹਿੰਦੇ ਜੇ ਪਹਿਲਾਂ ਨਹੀਂ ਜਪਿਆ, ਜਦੋਂ ਕਾਲੇ ਕੇਸ ਸਨ, ਜਵਾਨੀ ਦਾ ਸਮਾਂ ਸੀ, ਤੇ ਹੁਣ ਜੇ ਕੇਸ ਚਿੱਟੇ ਹੋ ਗਏ, ਧੌਲੀ, ਜਦੋਂ ਦਾੜੀ ਦੇ ਵਿੱਚ ਚਿੱਟੇ ਕੇਸ ਆ ਜਾਣ ਨਾ, ਤੇ ਫਿਰ ਉਹਨੂੰ ਧੌਲੀ ਦਾੜੀ ਕਹਿੰਦੇ ਨੇ। ਜਦੋਂ ਕਿਤੇ ਲੜਾਈ ਝਗੜਾ ਫਿਰ ਤੇ ਹੋਰ ਵੀ ਕਈ ਸ਼ਬਦ ਬੋਲ ਦਿੰਦੇ ਨੇ। ਤੇ ਧੌਲੀ ਦਾੜੀ, ਧੌਲੀ ਤੋਂ ਭਾਵ ਚਿੱਟੀ। ਜੇ ਕਾਲੀ ਦੇ ਹੁੰਦਿਆਂ ਜਵਾਨੀ ਵਿੱਚ ਨਹੀਂ ਜਪਿਆ ਤੇ ਹੁਣ ਵਡੇਪਾ ਆ ਗਿਆ, ਕੇਸ ਚਿੱਟੇ ਹੋ ਗਏ, ਤੇ ਜੇ ਹੁਣ ਵੀ ਕੋਈ ਜਪ ਲੈ ਤੇ ਜਿਹੜੇ ਸਾਈਂ ਦੇ ਪ੍ਰੇਮ ਦਾ ਰੰਗ ਹੈ ਨਾ, ਉਹ ਨਵਾਂ ਹੀ ਚੜ੍ਹੇਗਾ। ਜੇ ਕਿਸੇ ਨੇ ਪਹਿਲਾਂ ਨਹੀਂ ਜਪਿਆ ਤੇ ਅਖੀਰ ਤੇ ਜਾ ਕੇ ਜਪ ਲਵੇ, ਉਹਦਾ ਵੀ ਪਾਰ ਉਤਾਰਾ ਨਿਸਤਾਰਾ ਹੋ ਜਾਵੇਗਾ ਜੀ। ਐਸੇ ਹਰ ਕੋ ਨਿਤ ਭਜੈ, ਪਉ ਜਲ ਉਤਰੇ ਪਾਰ। ਐਸੇ ਹਰੀ ਦਾ ਜਿਹੜਾ ਸਦਾ ਸਿਮਰਨ ਕਰੇ ਤਾਂ ਭਵ ਸਾਗਰ ਨੂੰ ਪਾਰ ਕਰ ਜਾਂਦਾ ਹੈ ਜੀ। ਬ੍ਰਾਹਮਣ ਪਾਏ ਨ ਹੋਏ ਕੈ, ਤਨ ਮਨ ਅਰਪੈ ਜੋਰ। ਵਾਹਿਗੁਰੂ ਵਿੱਚ ਭਗਤੀ ਭਾਵ ਹੋ ਕੇ, ਇਹਨੂੰ ਕਹਿੰਦੇ ਬ੍ਰਹਮ ਪਰਾਇਣ ਹੋਣਾ। ਵਾਹਿਗੁਰੂ ਦੀ ਭਗਤੀ ਕਰਨੀ, ਔਰ ਜਿਹੜਾ ਇਸ ਤਰ੍ਹਾਂ ਭਗਤੀ ਵਿੱਚ ਮਨ ਲਾ ਕੇ ਤਨ ਮਨ ਅਰਪਣ ਕਰ ਦਿੰਦਾ ਹੈ ਜੀ। ਤਾਕਾ ਪੀ ਤੂੰ ਪੈ ਕਰੀ, ਇਹ ਹਮਾਰੀ ਖੋਏ। ਤੇ ਉਸ ਦਾ ਵੀ ਤੂੰ ਭੈ ਕਰੀ, ਜੇ ਤੂੰ ਇਸ ਦੀ ਉਲੰਘਣਾ ਕਰੇਗਾ ਤੇ ਫਿਰ ਅਸੀਂ ਬੇਵਸ ਵਿਰੋਧੀ ਹੋ ਜਾਵਾਂਗੇ। ਇਹੋ ਸਾਡੀ ਖਸਲਤ ਹੈ ਕਿ ਜਿੱਥੇ ਕਿਤੇ ਰੱਬ ਦਾ ਪਿਆਰਾ ਨਾਮ ਜਪੇ, ਪ੍ਰਭੂ ਦਾ ਪਿਆਰਾ ਭਗਤੀ ਕਰਦਾ ਹੋਵੇ, ਉਹਦੇ ਤੂੰ ਭੈ ਦੇ ਵਿੱਚ ਰਹਿਣਾ ਹੈ। ਉਥੇ ਆਪਣਾ ਵਰਤਾਰਾ ਨਹੀਂ ਵਰਤਾਉਣਾ। ਇਸ ਵਾਸਤੇ ਜਿੱਥੇ ਕਿਤੇ ਰੱਬ ਦਾ ਪਿਆਰਾ ਨਾਮ ਜਪਦਾ ਹੈ, ਪ੍ਰਭੂ ਦੀ ਭਗਤੀ ਕਰਦਾ ਹੈ, ਤਾਂ ਕਾ ਪੀ ਤੂੰ ਭੈ ਕਰੀ। ਕਹਿੰਦੇ ਉਹਦਾ ਤੂੰ ਭੈ ਕਰੀ, ਇਹ ਹਮਾਰੀ ਖੋਏ। ਜੇ ਤੂੰ ਉਲੰਘਣਾ ਕਰੇਗਾ ਤੇ ਸਾਡੇ ਵੱਲੋਂ ਬੇਵੱਸੀ ਹੋ ਜਾਏਗੀ।
ਭਾਵ ਅਸੀਂ ਤੇਰੇ ਵਿਰੋਧ ਵਿੱਚ ਹੋ ਜਾਵਾਂਗੇ ਜੀ। अपर सकल तज आसरो एक नाम को प्रेम। ਤੇ ਨਾਲ ਆਖਿਆ ਹੋਰ ਸਾਰੇ ਆਸਰੇ ਛੱਡ ਕੇ ਜਿਹੜਾ ਇੱਕ ਨਾਮ ਦੇ ਵਿੱਚ ਪ੍ਰੇਮ ਧਾਰੇਗਾ, ਨਾਮ ਦੇ ਵਿੱਚ ਪ੍ਰੇਮ ਲਾਵੇਗਾ, ਜਿਹਦਾ ਪ੍ਰਭੂ ਦੇ ਨਾਮ ਦੇ ਵਿੱਚ ਪ੍ਰੇਮ ਬਣੇਗਾ ਜੀ। तीन लोक को वेद कह जाए सजुजी खेम। ਉਹ ਤਿੰਨਾਂ ਲੋਕਾਂ ਨੂੰ ਚੀਰ ਕੇ, ਇਥੇ ਵੇਦ ਕਹਿ, ਵੇਦਨਾ ਭਾਵ ਚੀਰ ਦੇਣਾ, ਉਹ ਤਿੰਨਾਂ ਲੋਕਾਂ ਨੂੰ ਚੀਰ ਕੇ ਭਾਵ ਉਲੰਘ ਕੇ ਅਭੇਦ ਮੁਕਤੀ ਪਾਵੇਗਾ ਜੀ। अपनी नारी सोच बिरत काज अखाजी व्रत। ਆਪਣੀ ਨਾਰੀ ਤੇ ਸੰਤੋਖ ਇਹ ਧਾਰਨ ਕਰਨੇ, ਸੱਚ ਦੀ ਵਿਚਾਰ ਤੇ ਸੱਚ ਦਾ ਜੋ ਬੋਲ ਬਾਲਾ ਹੈ ਉਹ ਜੀਵਨ ਦੇ ਵਿੱਚ ਰੱਖਣਾ ਹੈ। ਤੇ ਖਾਣ ਯੋਗ ਕੀ ਹੈ ਤੇ ਨਾ ਖਾਣ ਯੋਗ ਕੀ ਹੈ, ਇਸ ਦਾ ਵਿਚਾਰ ਜੋ ਧਾਰਨ ਕਰੇਗਾ ਜੀ। सोए संत गुर मानिए कलु पुत्र सच चता। ਤੇ ਹੈ ਕਲਯੁਗ ਸੋਈ ਸੰਤ ਗੁਰੂ ਮਾਨਣੀ ਯੋਗ ਹੋਏਗਾ। ਇਸ ਗੱਲ ਨੂੰ ਚਿੱਤ ਵਿੱਚ ਸੱਚ ਕਰਕੇ ਧਾਰਨ ਕਰ ਲਵੋ ਜੀ। सत जुग मेरे सिर बासो पुजा बसो त्रे। ਸਤਿਯੁਗ ਮੇਰੇ ਸਿਰ ਵਿੱਚ ਵਸਦਾ ਹੈ, ਭੁਜਾਂ ਵਿੱਚ ਤ੍ਰੇਤਾ ਵਸਦਾ ਹੈ। ਦੁਆਪਰ ਬਸਿਓ ਜੰਗ ਮਮ ਤੂੰ ਚਰਨਨ ਕੋ ਛੇ। ਜੰਗਾਂ ਦੇ ਵਿੱਚ ਦੁਆਪਰ ਹੈ ਤੇ ਤੂੰ ਬਾਅਦ ਵਿੱਚ ਆਇਆ, ਤੇਰਾ ਵਾਸਾ ਚਰਨਾਂ ਵਿੱਚ ਹੈ। ਇਸ ਵਾਸਤੇ ਕਲਯੁਗ ਦੇ ਵਿੱਚ ਇਹਨਾਂ ਚਰਨਾਂ ਨੂੰ ਬਹੁਤ ਪੂਜਿਆ ਜਾਏਗਾ। ਤੇ ਹਮੇਸ਼ਾ ਸ਼ੁਰੂ ਤੋਂ ਆਪਾਂ ਵੇਖਦੇ ਹਾਂ ਕਿ ਉੱਚਾ ਸਿਰ ਹੈ ਤੇ ਨੀਵੇਂ ਪੈਰ ਹਨ, ਫਿਰ ਵੀ ਪੈਰਾਂ ਦੇ ਉੱਤੇ ਹੀ ਮੱਥਾ ਟੇਕਿਆ ਜਾਂਦਾ ਹੈ, ਪੈਰਾਂ ਦੇ ਉੱਤੇ ਹੀ ਝੁਕਦੇ ਹਨ। ਆਪਣੇ ਵੱਡੇ ਵਡੇਰਿਆਂ ਦਾ ਜਦੋਂ ਸਤਿਕਾਰ ਕਰਦੇ ਹਨ ਤੇ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਹਨ। ਤੇ ਦੂਜਾ ਪੱਖ ਇਹ ਹੈ ਕਿ ਇਹ ਜਿਹੜੇ ਪੈਰ ਸਾਨੂੰ ਸਤ ਸੰਗਤ ਵਿੱਚ ਲੈ ਕੇ ਆਉਂਦੇ ਨੇ, ਸਾਰੇ ਸਰੀਰ ਦਾ ਭਾਰ ਚੁੱਕਦੇ ਹਨ। ਇਸ ਵਾਸਤੇ ਵੀ ਇਹਨਾਂ ਦਾ ਸਤਿਕਾਰ ਮਾਣ ਹੁੰਦਾ ਹੈ। ਆਖਿਆ ਇਸ ਕਰਕੇ ਚਰਨਾਂ ਦੀ ਸੇਵਾ ਕਰਨੀ ਹੈ ਜੀ। अंग अंग की मुक्त एह वेद मांज लिख दीना। ਅੰਗ ਅੰਗ ਦੀ ਮੁਕਤੀ ਵੇਦ ਵਿੱਚ ਲਿਖ ਦਿੱਤੀ ਹੈ, ਉਸ ਪਿੱਛੋਂ ਕਈ ਗੱਲ ਸੱਚੀ ਹੈ ਜੀ। सोई सो साची पली सकल समाला कीना। ਉਹੀ ਭਲੀ ਹੈ ਤੇ ਸਾਰਾ ਸੰਭਾਲਾ ਤੈਨੂੰ ਕਰ ਦਿੱਤਾ ਹੈ, ਅੱਗੋਂ ਤੋਂ ਇਸ ਦੀ ਸੰਭਾਲ ਕਰਨੀ ਹੈ ਜੀ। अपनो अपनो राज कर तुम आए हो ममताम। ਆਪਣਾ ਆਪਣਾ ਰਾਜ ਕਰਕੇ ਭਾਵ ਸਮਾਂ ਪੂਰਾ ਕਰਕੇ ਤੁਸੀਂ ਮੇਰੇ ਘਰ ਆਵੋ ਜੀ। कर कर करने कल्प लग पाइए आए आराम। ਕਲਪ ਤੱਕ ਕਰਨੀਆਂ ਕਰ ਕਰਕੇ ਫਿਰ ਵਾਪਸ ਆ ਕੇ ਆਰਾਮ ਕਰੋ ਜੀ। ब्रह्म वाक के संगता पराप संति जाप। ਇਹ ਜਿਹੜੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਵਾਕ ਹਨ, ਇਹ ਬ੍ਰਹਮ ਸਹੰਤਾ ਵਿੱਚ ਕਹੇ ਹਨ ਕਿ ਜਪ ਜਿਹੜਾ 4 ਪ੍ਰਕਾਰ ਦਾ ਹੁੰਦਾ ਹੈ ਜੀ। मधमा वैखरी जाप रस चार वेद स्थाप। ਪਰਪ ਸੰਤੀ ਮਧਮਾ ਤੇ ਬੈਖਰੀ, ਇਹ 4 ਬਾਣੀਆਂ, ਇਹਨਾਂ ਵਿੱਚੋਂ ਕਿਸੇ ਵੀ ਦੁਆਰਾ ਨਾਮ ਦੇ ਜਪ ਦਾ ਰਸ ਲੈਣਾ ਹੈ। ਕਿਸੇ ਵੀ ਬਾਣੀ ਦੇ ਦੁਆਰਾ ਉਸ ਪਰਮਾਤਮਾ ਦਾ ਨਾਮ ਜਪਣਾ ਹੈ। ਕਹਿੰਦੇ ਸੋਈ ਬਾਣੀ ਵਿਸ਼ੇਸ਼ ਹੈ ਜਿਹੜੀ ਇੱਕ ਦਿਲ ਹੋ ਕੇ ਉਸ ਪਰਮਾਤਮਾ ਨੂੰ ਯਾਦ ਕਰੀਏ
ਇਸ ਤਰ੍ਹਾਂ ਇਹ ਜਿਹੜੀ ਸਿੱਖਿਆ ਇਸ ਅਧਿਆਏ ਦੇ ਵਿੱਚ ਦਿੱਤੀ ਹੈ ਕਿ ਉਸ ਪਰਮਾਤਮਾ ਦਾ ਨਾਮ ਜਪਣਾ ਹੈ, ਜੀਵਨ ਮਨੋਰਥ ਵੀ ਹੈ ਮਨੁੱਖ ਦਾ। ਤੇ ਇਹ ਜਿਹੜਾ ਸਮਾਂ ਹੈ ਵੱਖ-ਵੱਖ ਜਿਹੋ ਜਿਹਾ ਜੀਵ ਦਾ ਸੁਭਾਅ ਹੁੰਦਾ ਹੈ ਉਹੋ ਜਿਹਾ ਸਮਾਂ ਮੰਨਿਆ ਜਾਂਦਾ ਹੈ ਗੁਰਮਤਿ ਦੇ ਅਨੁਸਾਰ। ਜੇ ਕੋਈ ਸੱਚ ਨਾਲ ਜੁੜਿਆ ਹੋਇਆ ਹੈ ਤੇ ਅੱਜ ਵੀ ਉਹ ਸਤਯੁਗ ਵਿੱਚ ਜੀ ਰਿਹਾ ਹੈ, ਤੇ ਜੇ ਕੋਈ ਝੂਠ ਦੇ ਨਾਲ ਜੁੜਿਆ ਹੋਇਆ ਹੈ ਤੇ ਉਹ ਕਲਯੁਗ ਵਿੱਚ ਜੀ ਰਿਹਾ ਹੈ। ਜਿਹੋ ਜਿਹਾ ਮਨੁੱਖ ਦੇ ਅੰਦਰ ਵਰਤਾਰਾ ਵਰਤਦਾ ਹੈ ਉਹੋ ਜਿਹੇ ਉਹਦੇ ਵਾਸਤੇ ਉਹ ਯੁੱਗ ਹੈ। ਇਸ ਤਰ੍ਹਾਂ ਅੱਗੇ ਕਵੀ ਜੀ ਕਹਿੰਦੇ, ਗੁਰੂ ਸਾਹਿਬ ਦੀ ਸਭਾ ਦੇ ਵਿੱਚ ਕੁਝ ਕਵੀ ਆਏ ਹਨ ਜੀ। ਸਭਾ ਸਰਬ ਕਵੀਨ ਬਿਖੈ ਇਸ ਬਿੰਦ ਪਇਓ ਸੰਵਾਦ। ਸਾਰੇ ਕਵੀਆਂ ਵਿੱਚ ਇਸ ਪ੍ਰਕਾਰ ਵਾਰਤਾਲਾਪ ਹੋਈ ਹੈ ਜੀ। ਤਨ ਤਨ ਸਭ ਹੀ ਕਹੈ ਹਿਰਦੈ ਅਤਕ ਅਹਿਲਾਦ। ਕਵੀ ਜੀ ਕਹਿੰਦੇ ਧੰਨ ਧੰਨ ਸਭ ਹੀ ਕਹੈ ਹਿਰਦੈ ਅਦਕ ਅਹਿਲਾਦ। ਸਾਰੇ ਹੀ ਧੰਨ ਧੰਨ ਕਹਿੰਦੇ ਸਨ ਤੇ ਹਿਰਦੇ ਵਿੱਚ ਬਹੁਤ ਪ੍ਰਸੰਨ ਸਨ ਜੀ। ਉੱਠੇ ਪ੍ਰਭੂ ਮੰਦਰ ਕੋ ਗਏ ਨਾਨਾ ਰਸ ਆਹਾਰਿਆ ਚਲੇ। ਗੁਰੂ ਜੀ ਉੱਠ ਕੇ ਮਹਿਲਾਂ ਵਿੱਚ ਚਲੇ ਗਏ ਤੇ ਜਾ ਕਰਕੇ ਕਈ ਪ੍ਰਕਾਰ ਦਾ ਭੋਜਨ ਪ੍ਰਸ਼ਾਦ ਛਕਿਆ ਹੈ ਜੀ। ਪੁਰੇ ਪੁੰਨ ਪਰਅੰਕ ਪਰ ਕਰਿਓ ਆਰਾਮੂ ਇਮ ਸੰਵਾਦ ਕਵੀਨ ਅਬਰਾਮੂ। ਫਿਰ ਪਲੰਗ ਉੱਤੇ ਲੇਟ ਕੇ ਗੁਰੂ ਜੀ ਨੇ ਆਰਾਮ ਕੀਤਾ ਹੈ। ਇਸ ਪ੍ਰਕਾਰ ਕਵੀਆਂ ਵਿੱਚ ਮਨੋਹਰ ਵਾਰਤਾਲਾਪ ਹੋਇਆ ਜੀ। ਦੇਸ਼ ਵਿਦੇਸ਼ਨ ਸਭ ਮੈਂ ਕਵ ਗੁਨੀ ਆਵੇ ਚਲੇ ਸੋ ਕੀਰਤ ਸੁਣੀ। ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੇ ਗੁਣਵਾਨ ਕਵੀ ਰਹਿੰਦੇ ਸਨ ਉਹ ਸਤਿਗੁਰੂ ਜੀ ਦੀ ਕੀਰਤੀ ਸੁਣ ਕੇ ਮਹਿਮਾ ਸੁਣ ਕੇ ਚਲੇ ਆਉਂਦੇ ਸਨ ਜੀ। ਦਰਬ ਕਰੋੜੋ ਲਖ ਬਸੰਤੇ ਜੁਗ ਲੋਕਨ ਕੇ ਸੁਖ ਨਸਲ ਬੰਤੇ। ਕਹਿੰਦੇ ਉਹ ਜਿਹੜੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਉਂਦੇ ਉਹ ਕਰੋੜਾਂ ਰੁਪਏ ਦਾ ਧਨ ਅਰਪਣ ਕਰਦੇ। ਦੋਵਾਂ ਲੋਕਾਂ ਦਾ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦਾ ਸੀ ਜੀ। ਅੰਮ੍ਰਿਤ ਰਾਏ ਕਵੀ ਇਕ ਆਇਓ ਕਰ ਕੀਰਤ ਕਵਿਤ ਲਿਆਇਓ। ਇੱਕ ਅੰਮ੍ਰਿਤ ਰਾਏ ਨਾਮ ਦਾ ਕਵੀ ਆਇਆ। ਉਹ ਗੁਰੂ ਕੀਰਤੀ ਦੀ ਗੁਰੂ ਦੀ ਸਿਫਤ ਵਿੱਚ ਕਵਿਤਾ ਲਿਖ ਕੇ ਲਿਆਇਆ ਹੈ ਜੀ। ਮਿਲਿਓ ਪ੍ਰਥਮ ਹੂੰ ਕੀਨ ਪਰਨਾਮੂ ਬਹੁਰ ਸੁਣਾਏ ਸੋ ਜਸ ਅਬਰਾਮੂ। ਪਹਿਲਾਂ ਗੁਰੂ ਨੂੰ ਮਿਲ ਕੇ ਉਹਨੇ ਬੰਦਨਾ ਕੀਤੀ ਹੈ ਤੇ ਫਿਰ ਗੁਰੂ ਜੀ ਦਾ ਸੁੰਦਰ ਸ਼੍ਰੇਸ਼ਟ ਜਸ ਸੁਣਾਇਆ ਹੈ। ਉਹਨੇ ਜਿਹੜਾ ਕਵਿਤ ਲਿਖਿਆ ਹੈ ਉਹ ਲਿਖਿਆ, ਜਾਈ ਔਰ ਜਾਉ ਅਤ ਆਦਰ ਤਹਾਂ ਤੇ ਪਾਉ ਤੇਰੇ ਗੁਣ ਗਨ ਕੋ ਅਗਾਉ ਗਨੇ ਸ਼ੇਸ਼ ਜੂ। ਮੈਂ ਜਿਸ ਪਾਸੇ ਵੀ ਜਾਂਦਾ ਹਾਂ ਕਹਿੰਦੇ ਉੱਥੇ ਹੀ ਆਦਰ ਪਾਉਂਦਾ ਹਾਂ। ਤੇਰੇ ਸਾਰੇ ਗੁਣਾਂ ਨੂੰ ਤਾਂ ਸ਼ੇਸ਼ ਨਾਗ ਪਹਿਲਾਂ ਤੋਂ ਹੀ ਗਿਣ ਰਿਹਾ ਹੈ। ਸ਼ੇਸ਼ ਨਾਗ ਪਹਿਲਾਂ ਹੀ ਤੇਰੀ ਸਿਫਤ ਕਰ ਰਿਹਾ ਹੈ। ਹਰ ਚੀਰ ਮੁਕਤਾ ਜੇ ਦੇਤ ਦੇਨ ਪ੍ਰਤ ਦਾਨ ਤਿਨੈ ਦੇਖ ਦੇਖ ਅਬ ਲਖਤ ਧਨੇਸ਼ ਜੂ। ਹੋਰਨਾਂ ਦਰਬਾਰਾਂ ਵਿੱਚ ਜਾ ਕੇ ਸਾਰੇ ਥਾਂ ਮੈਂ ਆਦਰ ਪਾਉਂਦਾ ਹਾਂ, ਪਰ ਤੇਰੇ ਦਰਬਾਰ ਵਿੱਚ ਮੈਂ ਸਨਿਮਰ ਹੋ ਕੇ ਆ ਸਕਦਾ ਕਿਉਂਕਿ ਤੇਰਾ ਗੁਣ ਗਾਇਕ ਤਾਂ ਸ਼ੇਸ਼ ਨਾਗ ਆਪ ਹੈ। ਉਹਦੇ ਸਾਹਮਣੇ ਮੈਂ ਹੋਰ ਕਵੀ ਕੀ ਹਨ, ਕਿਉਂਕਿ ਉਸ ਦੀ 1000 ਜੀਭ ਹੈ ਤੇ ਮੇਰੀ ਇੱਕ ਹੈ। ਉਹ ਆਦ ਤੋਂ ਤੇਰੀ ਕੀਰਤੀ ਕਰ ਰਿਹਾ ਹੈ ਤੇ ਮੈਂ ਅੱਜ ਤੋਂ ਕਰਨ ਲੱਗਾ ਵਾਂ। ਕਹਿੰਦੇ ਹੀਰੇ ਵਸਤਰ ਮੋਤੀ ਜਿਹੜੇ ਆਪ ਜੀ ਹਰ ਰੋਜ਼ ਦਾਨ ਦਿੰਦੇ ਹੋ ਉਹਨਾਂ ਨੂੰ ਵੇਖ ਵੇਖ ਕੇ ਕਬੀਰ ਵੀ ਲਲਚਾਉਂਦਾ ਹੈ, ਜਿਹਨੂੰ ਧਨ ਦਾ ਦੇਵਤਾ ਮੰਨਿਆ ਗਿਆ।
ਗੁਣਨ ਮੈਂ ਗੁਣੀ ਕਵ ਅੰਮ੍ਰਿਤ ਪਢਈਆ, ਮੇਰੋ ਜਬ ਇਨ ਹੀਰੋ ਪਿਆਰ ਕੀਜੇ ਅਮਰੇਸ਼ ਜੂ। ਕਹਿੰਦੇ ਮੈਨੂੰ ਵੀ ਇਹੋ ਜਿਹਾ ਦਾਨ ਮਿਲੇ, ਇਹ ਦੇਵਤਿਆਂ ਦੇ ਈਸ਼ਵਰ ਆਪ ਗੁਣੀਆਂ ਤੋਂ ਵੱਡੇ ਗੁਣੀ ਹੋ। ਅੰਮ੍ਰਿਤ ਕਵੀ ਨੂੰ ਵੀ ਆਪ ਜੀ ਐਸਾ ਦਾਨ ਦੇਵੋ। ਸ਼੍ਰੀ ਗੁਰੂ ਗੋਬਿੰਦ ਸਿੰਘ ਸ਼ੀਰ ਨਿਦ ਪਾਰ ਭਈ, ਕੀਰਤ ਤਿਹਾਰੀ ਤੁਮੇ ਕਹਿ ਕੇ ਸੰਦੇਸ਼ ਜੂ। ਆਖਿਆ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਆਪ ਜੀ ਨੇ ਜੋ ਖਾਲਸਾ ਪੰਥ ਦੀ ਸਾਜਨਾ ਕੀਤੀ, ਆਪ ਜੀ ਦੀ ਕੀਰਤੀ ਖੀਰ ਸਮੁੰਦਰ ਤੋਂ ਵੀ ਪਾਰ ਨਿਕਲ ਗਈ ਹੈ। ਕੇਵਲ ਇੰਨਾ ਸੰਦੇਸ਼ਾ ਕਹਿ ਕੇ ਆਪ ਜੀ ਨੂੰ ਸੁਣਾਉਣ ਲਈ ਮੈਂ ਆਪ ਜੀ ਦੇ ਦਰਬਾਰ ਵਿੱਚ ਆਇਆ ਹਾਂ। ਜਦੋਂ ਉਹਨੇ ਇਹ ਗੁਰੂ ਸਾਹਿਬ ਜੀ ਦੀ ਸਿਫਤ ਕੀਤੀ ਹੈ ਜੀ, ਚੌਪਈ ਸੁਣ ਪਰ ਸਨ ਕਲਗੀਤ ਹਰਵੈ ਕੈ, ਰਾਖਿਓ ਨਿਕਟ ਮਾਨ ਬੋ ਕਹਿ ਕੈ। ਕਵਿਤਾ ਸੁਣ ਕੇ ਪ੍ਰਸੰਨ ਹੋ ਕੇ ਕਲਗੀਆਂ ਵਾਲੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਨੂੰ ਬਹੁਤ ਮਾਨ ਸਨਮਾਨ ਦੇ ਕੇ ਆਪਣੇ ਪਾਸ ਰੱਖ ਲਿਆ ਜੀ। ਰੋਜ ਦਇਓ ਕਰ ਦਰਬ ਕਨੇਰਾ, ਇਮ ਸੁਨ ਸੁਨ ਕਰ ਸੁਜਸ ਬਡੇਰਾ। ਕਹਿੰਦੇ ਕਿ ਉਸ ਨੂੰ ਰੋਜ਼ਾਨਾ ਹੀ ਬਹੁਤ ਧਨ ਦਿੱਤਾ। ਇਸ ਪ੍ਰਕਾਰ ਗੁਰੂ ਜੀ ਦਾ ਸ਼੍ਰੇਸ਼ਟ ਜਸ ਸੁਣ ਸੁਣ ਕੇ ਜੀ, ਕਰਨ ਪਰਬ ਪਾਖਾ ਤਿਨ ਕੀਨੀ, ਸੰਦ ਬੰਦ ਸੁੰਦਰ ਗਤ ਲੀਨੀ। ਇੱਥੇ ਕਵੀ ਜੀ ਲਿਖਦੇ ਵੀ ਕਰਨ ਪਰਬ ਦਾ ਉਸ ਬ੍ਰਿਜ ਭਾਸ਼ਾ ਵਿੱਚ ਟੀਕਾ ਕੀਤਾ। ਛੰਦਾਬੰਦੀ ਦੀ ਸੋਹਣੀ ਚਾਲ ਬਣਾਈ ਜੀ। ਲਾਖ ਦਰਬ ਕੀ ਬਖਸ਼ਸ ਪਾਈ, ਗੁਰ ਕੀ ਕੀਰਤ ਮਹਿਦ ਬਣਾਈ। ਤੇ ਲੱਖ ਰੁਪਏ ਦੀ ਉਹਨੇ ਗੁਰੂ ਦਰਬਾਰ ਵਿੱਚੋਂ ਬਖਸ਼ਿਸ਼ ਪਾਈ। ਗੁਰੂ ਜੀ ਦੀ ਕੀਰਤੀ ਬੜੀ ਚੰਗੀ ਤਰ੍ਹਾਂ ਬਣਾਈ ਉਹਨੇ। ਇੱਥੇ ਕਰਨ ਪਰਬ ਦਾ ਜ਼ਿਕਰ ਕੀਤਾ ਹੈ ਕਿ ਇਹ ਜੋ ਅੰਮ੍ਰਿਤ ਰਾਏ ਕਵੀ ਹੈ, ਇਸ ਨੇ ਕਰਨ ਪਰਬ ਲਿਖਿਆ। ਪਰਬ ਕਰਨ ਪਰਬ ਦਾ ਜਿਹੜਾ ਟੀਕਾ ਹੈ ਉਹ ਹੰਸ ਰਾਮ ਕਵੀ ਜੀ ਨੇ ਕੀਤਾ ਸੀ। ਇਹ ਜੋ ਅੰਮ੍ਰਿਤ ਰਾਏ ਕਵੀ ਹੈ, ਇਹਨੇ ਸਭਾ ਪਰਬ ਬਣਾਇਆ ਸੀ, ਜੋ ਪਟਿਆਲਾ ਜਿਹੜੀ ਲਾਇਬ੍ਰੇਰੀ ਹੈ ਉਹਦੇ ਵਿੱਚ ਮੌਜੂਦ। ਇਹ ਜੋ ਹੰਸ ਰਾਮ ਕਵੀ ਪਰਬ ਬਣਾਇਓ, ਇਹ ਜੋ ਹੰਸ ਰਾਮ ਕਵੀ ਹੈ, ਉਹਨੇ ਕਰਨ ਪਰਬ ਜਿਹੜਾ ਉਹ ਬਣਾਇਆ। ਤੇ ਜਿਹੜਾ ਅੰਮ੍ਰਿਤ ਰਾਏ ਕਵੀ ਹੈ, ਉਹਨੇ ਸਭਾ ਪਰਬ ਬਣਾਇਆ। ਦਰਾਉਣ ਪਰਬ ਕੋ ਵਰੇਸ਼ ਸੁਨਾਇਓ, ਤੇ ਜਿਹੜਾ ਦਰਾਉਣ ਪਰਬ ਹੈ ਉਹ ਕਵਰੇਸ਼ ਨੇ ਸੁਣਾਇਆ ਸੀ। ਇਸੀ ਰੀਤ ਬਹੁ ਭਾਖਾ ਬਨੀ, ਮਿਲੇ ਆਨ ਇਸ ਹੀ ਬਿਦ ਗੁਣੀ। ਇਸ ਰੀਤ ਦੇ ਨਾਲ ਬਹੁਤ ਕੁਝ ਜਿਹੜਾ ਸੀ ਉਹ ਬ੍ਰਿਜ ਭਾਸ਼ਾ ਵਿੱਚ ਅਨੁਵਾਦ ਹੋਇਆ। ਇਸ ਵਿਧੀ ਨਾਲ ਬਹੁਤ ਗੁਣੀ ਕਵੀ ਆ ਕੇ ਮਿਲੇ ਜੀ। ਬਾਵਨ ਕਉਗਨਤੀ ਮਹਤੀ, ਤਾ ਰਹੇ ਨਿਕਟ ਹਰ ਖਾਵੇ ਚੀਤਾ। ਇਸ ਪ੍ਰਕਾਰ ਕੁੱਲ 52 ਕਵੀ ਸਦਾ ਹੀ ਗੁਰੂ ਜੀ ਦੇ ਪਾਸ ਪ੍ਰਸੰਨ ਹੋ ਕੇ ਰਹਿੰਦੇ ਸਨ ਜੀ। ਇੱਕ ਦਿਨ ਸਤਿਗੁਰ ਸਭਾ ਲਗਾਈ, ਬੈਠੇ ਹੋਤੇ ਮਹਾਦੁੱਤ ਪਾਏ। ਇੱਕ ਦਿਨ ਸਤਿਗੁਰੂ ਜੀ ਨੇ ਸਭਾ ਲਗਾਈ ਹੋਈ ਸੀ। ਸਭਾ ਲਾ ਕੇ ਬਹੁਤ ਸ਼ੋਭਾ ਪਾ ਕੇ ਬੈਠੇ ਹੋਏ ਸਨ ਜੀ। ਏਕ ਕਵੀ ਚਲ ਕਰ ਤਹ ਆਇਓ, ਨਿਜ ਵਿਦਿਆ ਅਹੰਕਾਰ ਵਡਾਇਓ। ਇੱਕ ਕਵੀ ਚੱਲ ਕੇ ਗੁਰੂ ਦਰਬਾਰ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਆਇਆ ਹੈ। ਤੇ ਉਹ ਜਿਹੜਾ ਕਵੀ ਆਇਆ ਹੈ,
ਉਹਨੇ ਆਪਣੀ ਵਿਦਿਆ ਕਰਕੇ ਬਹੁਤ ਅਹੰਕਾਰ ਵਧਾਇਆ ਹੈ ਜੀ। ਕੀਨ ਸਵਈਆ ਅਰਬਸ ਪਾਇਓ, ਅਬਲਾਖਤ ਗੁਰ ਤੇ ਹਰ ਖਾਇਓ। ਉਹਨੇ ਇੱਕ ਸਵਈਆ ਛੰਦ ਲਿਖਿਆ ਹੈ ਜਿਹਦੇ ਵਿੱਚ ਕੁਝ ਅਰਥ ਛੁਪੇ ਹੋਏ ਹਨ। ਜਦੋਂ ਉਹ ਸਵਈਏ ਨੂੰ ਪੜ੍ਹੀਦਾ ਹੈ ਤੇ ਉਹਦੇ ਅਰਥ ਜਿਹੜੇ ਨੇ ਉਹ ਪ੍ਰਗਟ ਨਹੀਂ ਹੁੰਦੇ, ਉਹਦੇ ਵਿੱਚ ਕੁਝ ਭੇਦ ਹੈ। ਇਸ ਤਰ੍ਹਾਂ ਦਾ ਉਹਨੇ ਸਵਈਆ ਤਿਆਰ ਕੀਤਾ। ਗੁਰੂ ਜੀ ਪਾਸੋਂ ਉਸ ਸਵਈਏ ਦੀ ਜੋ ਪੜਚੋਲ ਕਰਾਉਣ ਵਾਸਤੇ ਉਹਦੀ ਅਭਿਲਾਸ਼ਾ ਸੀ ਵੀ ਗੁਰੂ ਦੇ ਪਾਸ ਕਈ ਕਵੀ ਰਹਿੰਦੇ ਹਨ, ਦੇਖਦੇ ਹਾਂ ਵੀ ਉਹਨਾਂ ਵਿੱਚੋਂ ਕਿਸੇ ਨੂੰ ਅਰਥ ਆਉਂਦਾ ਹੈ ਜਾਂ ਨਹੀਂ। ਇਸ ਤਰ੍ਹਾਂ ਉਹ ਗੁਰੂ ਦਰਬਾਰ ਦੇ ਵਿੱਚ ਆਇਆ ਜੀ। ਹਾਥ ਬੰਦ ਕਰ ਬੰਧਨ ਠਾਨੀ, ਬੈਠ ਪ੍ਰਭੂ ਕੇ ਨਿਕਟ ਬਖਾਨੀ। ਉਹਨੇ ਹੱਥ ਜੋੜ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ ਔਰ ਗੁਰੂ ਸਾਹਿਬ ਜੀ ਦੇ ਪਾਸ ਬੈਠ ਕੇ ਇਸ ਤਰ੍ਹਾਂ ਬੇਨਤੀ ਕੀਤੀ ਹੈ ਜੀ। ਦੇਸ ਦੇਸ ਮੈਂ ਰਾਵਰ ਕੀਰਤ, ਜਸ ਜਸ ਤੇ ਸੁਣੀਅਤ ਬਸ ਤੀਰਤ। ਕਹਿੰਦੇ ਕਿ ਦੇਸ਼ ਦੇਸ਼ ਵਿੱਚ, ਭਾਵ ਹਰ ਦੇਸ਼ ਵਿੱਚ ਤੁਹਾਡੀ ਕੀਰਤੀ ਹੋ ਰਹੀ ਹੈ, ਤੁਹਾਡੀ ਸਿਫਤ ਹੋ ਰਹੀ ਹੈ। ਜਿਸ ਜਿਸ ਪਾਸੋਂ ਫੈਲੀ ਹੋਈ ਸੁਣੀ ਜਾਂਦੀ ਹੈ ਜੀ। ਸਭ ਵਿਦਿਆ ਕੇ ਗੁਣੀ ਬਖਾਨੇ, ਰਹੇ ਸਭਾ ਤੁਮਾਰੀ ਸਮਨਾਮੇ। ਤੇ ਸਭ ਵਿਦਿਆ ਕੇ ਗੁਣੀ ਬਖਾਨੇ, ਵਿਦਿਆ ਦੇ ਗੁਣੀ ਜਿੰਨੇ ਵੀ ਨੇ ਉਹ ਕਹਿੰਦੇ ਨੇ ਕਿ ਜਿਹੜੇ ਤੁਹਾਡੀ ਸਭਾ ਦੇ ਵਿੱਚ ਰਹਿੰਦੇ ਹਨ ਜੀ। ਸੰਧ ਰਚੇ ਲਾਖੋ ਰਹਤੀਰ, ਪਰਖੋ ਸਭ ਕੇ ਗੁਣੀ ਗਹੀਰ। ਜਿਹੜੇ ਤੁਹਾਡੀ ਸਭਾ ਵਿੱਚ ਰਹਿੰਦੇ ਤੁਸੀਂ ਉਹਨਾਂ ਦਾ ਬੜਾ ਸਨਮਾਨ ਕਰਦੇ ਹੋ, ਤੁਹਾਡੇ ਪਾਸ ਰਹਿ ਕੇ ਲੱਖਾਂ ਛੰਦਾਂ ਦੀ ਰਚਨਾ ਕਰਦੇ ਹਨ। ਤੁਸੀਂ ਗੁਣਾਂ ਦੇ ਖਜ਼ਾਨੇ ਸਭ ਦੀ ਕਵਿਤਾ ਦੀ ਪਰਖ ਕਰਦੇ ਹੋ ਜੀ। ਏਕ ਸਵਈਆ ਰਚਿਓ ਨਵੀਨਾ, ਅਰਥ ਅਜਾਇਬ ਸੁਭ ਦਰਦੀਨਾ। ਤੇ ਮੈਂ ਵੀ ਇੱਕ ਨਵਾਂ ਸਵਈਆ ਲਿਖਿਆ ਹੈ, ਉਹਦੇ ਵਿੱਚ ਅਜੀਬ ਅਰਥ ਰੱਖ ਦਿੱਤਾ ਹੈ ਜੀ। ਸਭ ਆਪ ਕੀ ਮੈਨੇ ਐਸਾ, ਜਾਹਰ ਕਹੇ ਅਰਥ ਕੋ ਜੈਸਾ। ਮੈਂ ਇਹ ਸਵਈਆ ਪੜ੍ਹ ਕੇ ਸੁਣਾਉਣਾ ਤੇ ਚਾਹੁੰਦਾ ਹਾਂ, ਪਰ ਮੈਨੂੰ ਅਫਸੋਸ ਇਹ ਹੈ ਕਿ ਤੁਹਾਡੀ ਸਭਾ ਵਿੱਚ ਐਸਾ ਕੋਈ ਨਹੀਂ ਹੈ ਜਿਹੜਾ ਇਸ ਵਿਚਲੇ ਅਰਥਾਂ ਨੂੰ ਪ੍ਰਗਟ ਕਰੇ ਜੀ। ਸੁਨ ਅਹੰਕਾਰ ਸਮੇਤ ਅਬਾਚਾ, ਬੋਲਿਓ ਪਾਤ ਸਾ ਗੁਰ ਸਾਚਾ। ਉਸ ਦੇ ਅਹੰਕਾਰ ਭਰਪੂਰ ਬੋਲ ਸੁਣ ਕੇ ਸੱਚੇ ਪਾਤਸ਼ਾਹ, ਕਲਗੀਆਂ ਵਾਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੋਲੇ ਹਨ ਜੀ। ਨਿਜ ਮਤ ਕਰਕੇ ਕੀਨਸ ਜਥਾ, ਸਭਾ ਮਜਾਰ ਉਚਾਰੋ ਤਥਾ। ਆਖਿਆ ਕਵੀ ਜੀ, ਜਿਸ ਤਰ੍ਹਾਂ ਤੁਸੀਂ ਆਪਣੀ ਮਤ ਕਰਕੇ ਇਹ ਸਵਈਆ ਬਣਾਇਆ ਹੈ, ਉਸੇ ਤਰ੍ਹਾਂ ਇਸ ਨੂੰ ਸਾਡੀ ਸਭਾ ਦੇ ਵਿੱਚ ਉਚਾਰਨ ਕਰੋ ਜੀ। ਜਿਸ ਪ੍ਰਕਾਰ ਕਰਕੇ ਕਵ ਲਿਆਇਓ, ਸ੍ਰੀ ਸਤਿਗੁਰ ਕੋ ਤਬੇ ਸੁਣਾਇਓ। ਜਿਸ ਪ੍ਰਕਾਰ ਇਹ ਕਵੀ ਸਵਈਆ ਬਣਾ ਕੇ ਲਿਆਇਆ ਸੀ, ਉਸ ਪ੍ਰਕਾਰ ਹੀ ਫਿਰ ਸਤਿਗੁਰੂ ਜੀ ਨੂੰ ਸੁਣਾਉਣਾ ਕੀਤਾ ਜੀ। ਸਭਾ ਵਿਖੇ ਸਭੂ ਸੁਣ ਲਿਓ, ਸੋ ਮੈਂ ਇਹ ਪਾਠ ਲਿਖ ਦਿਓ। ਤੇ ਸਭਾ ਦੇ ਵਿੱਚ ਸਾਰਿਆਂ ਨੇ ਉਹ ਸੁਣ ਲਿਆ ਹੈ ਤੇ ਕਵੀ ਜੀ ਕਹਿੰਦੇ ਮੈਂ ਉਸ ਨੂੰ ਉਸੇ ਤਰ੍ਹਾਂ ਹੀ ਇੱਥੇ ਲਿਖ ਦਿੱਤਾ ਹੈ ਜਿਸ ਤਰ੍ਹਾਂ ਉਸ ਕਵੀ ਨੇ ਸੁਣਾਇਆ ਸੀ। ਤੇ ਉਹਨੇ ਜਿਹੜਾ ਸਵਈਆ ਸੁਣਾਇਆ ਸੀ ਉਹ ਇਹ ਸੀ
ਨਵ ਸਾਤ ਤੀਏ ਨਵ ਸਾਤ ਕੀਏ ਨਵ ਸਾਤ ਪੀਏ ਨਵ ਸਾਤ ਪਿਆਏ। ਨਵ ਸਾਤ ਰਚੇ ਨਵ ਸਾਤ ਬਦੇ ਨਵ ਸਾਤ ਪਿਆ ਪੈਦਾਇਕ ਪਾਏ। ਜੀਤ ਕਲਾ ਨਵ ਸਾਤਨ ਕੀ ਨਵ ਸਾਤਨ ਕੇ ਮੁਖ ਅੰਚਰ ਛਾਏ। मानो मेघ के मंडल में कवि चंदन चंद कले वर्षाए। ਉਹਦਾ ਕਵੀ ਦਾ ਨਾਮ ਹੀ ਇਹਦੇ ਵਿੱਚ ਆ ਗਿਆ। ਉਹਦਾ ਨਾਮ ਸੀ ਚੰਦਨ, ਚੰਦਨ ਕਵੀ। ਬੜਾ ਅਹੰਕਾਰ ਸੀ ਉਹਨੂੰ ਕਿ ਜਿਹੜਾ ਮੈਂ ਇਹ ਸਵਈਆ ਛੰਦ ਬਣਾਇਆ ਹੈ, ਗੁਰੂ ਦੇ ਕੋਲ ਜਿਹੜੇ ਕਵੀ ਰਹਿੰਦੇ ਨੇ ਉਹਨਾਂ ਵਿੱਚੋਂ ਕੋਈ ਵੀ ਇਹਦਾ ਅਰਥ ਨਹੀਂ ਕਰ ਸਕੇਗਾ, ਕਿਸੇ ਨੂੰ ਇਹਦਾ ਅਰਥ ਨਹੀਂ ਆਏਗਾ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਨੇ ਇਹ ਸਵਈਆ ਸੁਣਿਆ ਹੈ ਤੇ ਫਿਰ ਇਸ ਤਰ੍ਹਾਂ ਕਹਿੰਦੇ ਹਨ ਜੀ। सिर कलगी तर सुन मुस्काए कै चंदन को गर्भ गवाए। ਕਲਗੀਧਰ ਜੀ ਸਵਈਆ ਸੁਣ ਕੇ ਮੁਸਕਰਾਏ ਹਨ। ਉਹ ਚੰਦਨ ਨੂੰ ਕਹਿੰਦੇ ਕਿ ਆਪਣੇ ਅਹੰਕਾਰ ਨੂੰ ਦੂਰ ਕਰੋ ਜੀ। इस जैसन को रथ विचारन हमरे काहि करिए उचारन। ਸਤਿਗੁਰੂ ਕਹਿਣ ਲੱਗੇ ਇਹੋ ਜਿਹੇ ਛੰਦਾਂ ਦੇ ਅਰਥ ਉੱਤੇ ਵਿਚਾਰ ਸਾਡੇ ਭਾਈ ਵੀ ਉਚਾਰਨ ਕਰ ਸਕਦੇ ਨੇ। ਇਹਦੇ ਤਾਂ ਅਰਥ ਸਾਡੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਜਿਹੜੇ ਸੇਵਾਦਾਰ ਨੇ ਉਹ ਵੀ ਕਰ ਸਕਦੇ ਹਨ ਜੀ। ਇਹ ਲਾਇਕ ਕਵੀਨ ਕੇ ਨਾਹੀ ਮਿਲ ਆਪਸ ਮੈਂ ਕਰਤੇ ਕਾਹੀ। ਤੇ ਨਾਲ ਆਖਿਆ ਕਵੀ ਜੀ ਇਹ ਸਵਈਆ ਕਵੀਆਂ ਦੇ ਲਾਇਕ ਨਹੀਂ ਹੈ ਕਿ ਸਾਡੇ ਕਵੀ ਇਹਦੇ ਅਰਥ ਕਰਕੇ ਤੈਨੂੰ ਸੁਣਾਉਣ। ਸਾਡੇ ਭਾਈ ਮਿਲ ਕੇ ਆਪਸ ਵਿੱਚ ਜਦੋਂ ਕਿਤੇ ਵਿਹਲੇ ਹੁੰਦੇ ਨਾ ਘਾਹ ਪਾ ਕੇ ਘੋੜਿਆਂ ਦੀ ਸੇਵਾ ਕਰਕੇ ਤੇ ਉਹ ਆਪਸ ਵਿੱਚ ਬੈਠ ਕੇ ਅਜਿਹੀਆਂ ਕਵਿਤਾਵਾਂ ਦੀ ਰਚਨਾ ਕਰਦੇ ਹਨ ਜੀ। ਸੰਤ ਸਭਾ ਹਮਾਰੀ ਮੈਂ ਸਰਸਤ ਜਿਨ ਕੇ ਪਾਠ ਕਰੇ ਰਸ ਬਰਸਤ। ਨਾਲ ਕਹਿ ਦਿੱਤਾ ਕਿ ਸਾਡੀ ਸ਼ਾਂਤ ਸਭਾ ਵਿੱਚ ਬੜੇ ਰਸ ਵਾਲੇ ਕਵੀ ਰਹਿੰਦੇ ਨੇ ਜਿਨ੍ਹਾਂ ਦੀ ਕਵਿਤਾ ਪੜ੍ਹਨ ਨਾਲ ਰਸਾਂ ਦੀ ਵਰਖਾ ਹੁੰਦੀ ਹੈ। ਉਹਨਾਂ ਦੇ ਇੱਕ ਇੱਕ ਪੰਕਤੀ ਵਿੱਚੋਂ ਰਸ ਭਰਿਆ ਪ੍ਰਤੀਤ ਹੁੰਦਾ ਹੈ ਜੀ। ਕਵੀਨ ਕੇ ਹਮਰੇ ਕੈ ਦਾਸ ਪਠਤ ਸੁਨਤ ਆਦਤ ਜਬ ਘਾਸ। ਸਾਡੇ ਕਵੀਆਂ ਦੇ ਘੋੜਿਆਂ ਦੇ ਦਾਸ ਕਵਿਤਾ ਪੜ੍ਹਦੇ ਸੁਣਦੇ ਘਾਹ ਲੈ ਕੇ ਆਉਂਦੇ ਹਨ ਜੀ। ਚੰਦਨ ਕਵ ਗੁਰ ਕੇ ਬਚ ਸੁਨੇ ਬੋਲਿਓ ਤਰ ਕਰ ਚਰਜ ਕਨੇ। ਕਹਿੰਦੇ ਜਿਹੜੇ ਅਸੀਂ ਕਵੀ ਰੱਖੇ ਹੋਏ ਨਾ ਉਹਨਾਂ ਨੂੰ ਅਸੀਂ ਸਵਾਰੀ ਵਾਸਤੇ ਘੋੜੇ ਵੀ ਦਿੱਤੇ ਹੋਏ ਨੇ ਤੇ ਉਹਨਾਂ ਘੋੜਿਆਂ ਦੀ ਸੇਵਾ ਕਰਨ ਵਾਲੇ ਜਿਹੜੇ ਸੇਵਕ ਹਨ ਉਹ ਘਾਹ ਲੈਣ ਜਾਂਦੇ ਨੇ, ਆਉਂਦੇ ਜਾਂਦੇ ਕਵਿਤਾ ਪੜ੍ਹਦੇ ਸੁਣਦੇ ਰਹਿੰਦੇ ਹਨ ਜੀ। ਇੱਕ ਕਾਹੀ ਕੋ ਲਿਹੋ ਬੁਲਾਏ ਜੋ ਇਸ ਦੇ ਅਰਥ ਸੁਣਾਏ। ਜਦੋਂ ਚੰਦਨ ਕਵੀ ਨੇ ਇਹ ਸੁਣਿਆ ਤੇ ਬੜਾ ਹੈਰਾਨ ਹੋਇਆ। ਮੈਂ ਤੇ ਸੋਚਦਾ ਵੀ ਕਿਸੇ ਕਵੀ ਨੂੰ ਅਰਥ ਨਹੀਂ ਆਉਣੇ ਤੇ ਗੁਰੂ ਸਾਹਿਬ ਤੇ ਕਹਿੰਦੇ ਵੀ ਇੱਥੇ ਸਾਡੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਵੀ ਅਰਥ ਕਰ ਲੈਂਦੇ ਨੇ। ਫਿਰ ਉਹਨੇ ਬੇਨਤੀ ਕੀਤੀ ਵੀ ਸਤਿਗੁਰੂ ਜੀ ਇੱਕ ਘਾਈ ਨੂੰ ਬੁਲਾ ਲਵੋ ਜਿਹੜਾ ਇਹ ਸਵਈਏ ਦੇ ਅਰਥ ਸੁਣਾ ਦੇਵੇ ਜੀ। ਜਿਸ ਤੇ ਆਵੇ ਮੋਹ ਪ੍ਰਤੀਤ ਸਭਾ ਗੁਰੂ ਕੀ ਹੈ ਕਵ ਜੀਤ। ਜਿਹਦੇ ਨਾਲ ਮੈਨੂੰ ਪ੍ਰਤੀਤ ਆ ਜਾਵੇ, ਮੈਨੂੰ ਭਰੋਸਾ ਆ ਜਾਵੇ ਵੀ ਗੁਰੂ ਦੀ ਸਭਾ ਕਵੀਆਂ ਨੂੰ ਜਿੱਤਣ ਵਾਲੀ ਹੈ। ਹੁਣ ਸਤਿਗੁਰੂ ਜੀ ਕਿਹਨੂੰ ਬੁਲਾਉਂਦੇ ਨੇ
ਇਹ ਸਵਈਏ ਦੇ ਅਰਥ ਕਰਨ ਵਾਸਤੇ, ਕਿਉਂਕਿ ਆਪਾਂ ਇਸ ਵਾਸਤੇ ਹੁਣ ਅਰਥ ਨਹੀਂ ਕੀਤੇ। ਜਦੋਂ ਉਹ ਗੁਰੂ ਘਰ ਦਾ ਘਾਈ ਉਹ ਸਿੱਖ ਆਵੇਗਾ ਤੇ ਜਦੋਂ ਗੁਰੂ ਸਾਹਿਬ ਜੀ ਕਹਿਣਗੇ ਵੀ ਅਰਥ ਸੁਣਾ, ਤੇ ਫਿਰ ਆਪਾਂ ਇਸ ਸਵਈਏ ਦੇ ਉਸ ਵੇਲੇ ਅਰਥ ਕਰਕੇ ਕਥਾ ਦੇ ਵਿੱਚ ਸੁਣਾਵਾਂਗੇ। ਫਿਰ ਉਹ ਚੰਦਨ ਕਵੀ ਨੂੰ ਇੱਕ ਸਵਈਆ ਸੁਣਾਵੇਗਾ ਤੇ ਫਿਰ ਕਹੇਗਾ ਵੀ ਇਹਦੇ ਅਰਥ ਕਰਕੇ ਸੁਣਾਓ, ਤੇ ਚੰਦਨ ਕਵੀ ਨੂੰ ਅਰਥ ਨਹੀਂ ਆਉਣਗੇ, ਉਹਦਾ ਅਹੰਕਾਰ ਟੁੱਟ ਜਾਵੇਗਾ। ਇਹ ਬਹੁਤ ਹੀ ਸੋਹਣਾ ਪ੍ਰਸੰਗ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਤੇ ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਨੇ ਜ਼ਰੂਰ ਹਾਜ਼ਰੀ ਭਰਨੀ ਹੈ। ਬੜਾ ਆਨੰਦਦਾਇਕ ਇਹ ਪ੍ਰਸੰਗ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।